जय जिनेंद्र। आत्मा चैनल देख रहे सभी दर्शकों का स्वागत है। मैं हूं राजेश मेहरा। आइए एक नजर डालते हैं आज के धार्मिक और सामाजिक समाचारों पर। केंद्र के कृषि कानूनों के खिलाफ किसानों का आंदोलन दिल्ली में दस्तक दे चुका है। आखिरकार सरकार को झुकना ही पड़ा है और किसानों को दिल्ली में एंट्री की इजाजत दे दी गई है। हालांकि सिंधु बॉर्डर पर अभी भी तनाव बना हुआ है, जहां हरियाणा और पंजाब के किसान बड़ी तादाद में जमे हुए हैं। अब दिल्ली पुलिस ने किसानों को बुराड़ी के निरंकारी ग्राउंड में इकट्ठा होने की परमिशन दे दी है। दिल्ली पुलिस के मुताबिक किसान वहीं इकट्ठा होकर प्रदर्शन कर सकते हैं। चाहे सानू साल लगे, चाहे 6 महीने, चाहे महीने, चाहे हफ्ता लगे, ਅਸੀਂ ਆਰਡੀਨੈਂਸ ਬੰਦ ਕਰਾ ਕੇ ਹੀ ਮੁੜਾਂਗੇ। ਇਹ ਸਾਰੇ ਕਿਸਾਨਾਂ ਦੀ ਇੱਕੋ ਹੀ ਆਵਾਜ਼ ਹੈ ਜਿੰਨੇ ਵੀ ਹੈਗੇ ਨੇ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ। ਭਾਰਤੀ ਕਿਸਾਨ ਯੂਨੀਅਨ ਏਕਤਾ उग्राहां जिंदाबाद। भारतीय किसान यूनियन एकता उग्राहां जिंदाबाद। उधर हरियाणा के सीएम मनोहर लाल खट्टर ने किसानों से शांति की अपील की। उन्होंने कहा कि किसान सभी जायज मुद्दों के लिए केंद्र से सीधी बातचीत कर सकते हैं। आपको बता दें कि दिल्ली पुलिस को अरविंद केजरीवाल सरकार से झटका लगा है। दिल्ली सरकार ने पुलिस की 9 स्टेडियम को अस्थायी जेल बनाने की मांग को नकार दिया है। दूसरी तरफ पंजाब के मुख्यमंत्री कैप्टन अमरिंदर सिंह ने केंद्र सरकार द्वारा प्रदर्शनकारी किसानों को दिल्ली में प्रवेश करने की आज्ञा देने के फैसले का स्वागत किया है। ਕਿਸਾਨਾਂ ਨੂੰ ਇੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਉਦੋਂ ਵੀ ਪਰਮਿਸ਼ਨ ਦੇ ਸਕਦੀ ਸੀ। ਉਹਨਾਂ ਦਾ ਇੰਨਾ ਮਤਲਬ ਅਤਿਆਚਾਰ ਕੀਤਾ, ਪਹਿਲਾਂ ਉੱਤੇ ਪਾਣੀ ਸੁੱਟਿਆ, ਫਿਰ ਆਂਸੂ ਵਾਲੇ ਗੋਲੇ ਜਿਹੜੇ ਸੁੱਟੇ। ਇਹ ਸਾਡੇ ਦੇਸ਼ ਦਾ ਬੜੀ ਇੱਕ ਮੰਦਭਾਗਾ ਮੈਂ ਕਹੂੰਗਾ ਕਿ ਜੋ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਣੇ ਆ, ਉਹਨਾਂ ਦੀ ਸੋਚ ਜਿੱਦਾਂ ਕਿ ਪੁਰਾਣੇ ਸਮੇਂ ਦੇ ਸੁਲਤਾਨ ਰਾਜੇ ਮਹਾਰਾਜੇ ਹੁੰਦੇ ਸੀ, ਉਹ ਸੋਚ ਬਣੀ ਉਹਨਾਂ ਦੀ ਇਹ ਸੋਚ ਨਹੀਂ ਕਿ ਵੋਟਾਂ ਨਾਲ ਬੰਦਾ ਜਿੱਤਦਾ ਔਰ ਬਣਦਾ ਵਾ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ। ਉਹਨਾਂ ਦੀ ਇਹ ਸੋਚ ਜਿਹੜੀ ਗਲਤ ਬੈਠੀ ਹੋਈ ਆ। ਉਹਨਾਂ ਨੇ ਜਿਹੜੀ ਇਹ ਸ਼ੁਰੂਆਤ ਕੀਤੀ ਆ, ਕਿਸਾਨਾਂ ਨੂੰ ਕਿਉਂ ਧਰਨੇ ਲਾਣੇ ਪਏ, ਪਹਿਲਾਂ ਤਾਂ ਮੈਂ ਇਸ ਗੱਲ 'ਤੇ ਆਊਂਗਾ। ਇਹਨਾਂ ਨੇ ਜੋ 3 ਕਾਨੂੰਨ ਪਾਸ ਕੀਤੇ ਆ, ਉਹ ਬੜਾ ਭਰਮ 'ਚ ਰੱਖ ਰਹੇ ਆ। ਉਹ ਕਾਨੂੰਨ ਐਸੇ ਆ, ਉਹ ਕਾਨੂੰਨ ਬਣਨ ਤੋਂ ਪਹਿਲਾਂ ਹੀ ਤੁਸੀਂ ਮੋਗਾ ਸੰਗਰੂਰ ਸਾਈਡ ਦੇਖੋਗੇ, ਰਿਲਾਇੰਸ ਕੰਪਨੀ ਨੇ ਆਪਣੇ ਗਡਾਊਨ ਪਹਿਲਾਂ ਹੀ ਤਿਆਰ ਕਰ ਲਿੱਤੇ ਹੋਏ ਆ। ਕਿਉਂਕਿ ਉਹ ਸਿਰਫ ਰਿਲਾਇੰਸ ਅਡਾਨੀਆਂ ਅੰਬਾਨੀਆਂ ਦੀ ਜੋ ਐਡਵਾਈਸ ਦੇ ਉੱਤੇ, ਉਹਨਾਂ ਦੀ ਪਲੈਨਿੰਗ ਦੇ ਉੱਤੇ ਇਹ ਕਾਨੂੰਨ ਪਾਸ ਹੋਏ ਆ, ਜਿਹੜੇ ਦੇਸ਼ ਲਈ ਬੜੇ ਘਾਤਕ ਆ। ਕਿਉਂਕਿ ਸਾਡਾ ਦੇਸ਼ ਦਾ ਅੰਨਦਾਤਾ ਸਾਡਾ ਕਿਸਾਨ, ਸਾਡੇ ਦੇਸ਼ ਦੀ ਜੋ ਅਰਥ ਵਿਵਸਥਾ ਕਿਸਾਨੀ ਤੋਂ ਸ਼ੁਰੂ ਹੁੰਦੀ ਆ। ਔਰ 80% ਲੋਕ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ, ਜਿਹੜੇ ਜ਼ਮੀਨਾਂ ਜੁੜੇ ਲੋਕ ਆ। ਸਰ, ਜਿਹੜੀ ਸਰਕਾਰ ਨੇ ਹੁਣ ਉਹਨਾਂ ਦੀ ਗੱਲ ਮੰਨੀ ਹੈ, ਇਹ ਪਹਿਲਾਂ ਵੀ ਤਾਂ ਈਜ਼ੀਲੀ ਮੰਨ ਸਕਦੇ ਹੀ ਸੀ। ਦੇਖੋ, ਜਦੋਂ ਦਿੱਲੀ ਬਾਰਡਰ ਦੇ ਉੱਤੇ ਉਹਨਾਂ ਨੇ ਇੱਕ ਦੇਖ ਲਿੱਤਾ ਵੀ ਹਰਿਆਣਾ ਰੋਕ ਨਹੀਂ ਸਕਿਆ, RFE ਬੁਲਾ ਲਿੱਤੀ, ਉਹ ਵੀ ਨਹੀਂ ਰੋਕ ਸਕੀ। ਉਹ ਇੰਨਾ ਹਜ਼ੂਮ ਆ, ਲੱਖਾਂ ਦੀ ਗਿਣਤੀ 'ਚ ਲੋਕ ਆ, ਔਰ ਚਾਰੋਂ ਪਾਸੇ ਦੇਸ਼ ਦੇ ਹਰ ਹਿੱਸੇ 'ਚੋਂ ਕਿਸਾਨ ਆਉਣਾ ਸ਼ੁਰੂ ਹੋ ਗਿਆ ਦਿੱਲੀ ਵੱਲ ਨੂੰ, ਅਤੇ ਉਹਨਾਂ ਨੂੰ ਇਹ ਗੱਲ ਮੰਨਣੀ ਪਈ ਆ। ਇਹ ਨਾ ਵੀ ਮੰਨਦੇ, ਕੋਈ ਕਿਸਾਨ ਤਾਂ ਕਹਿੰਦੇ ਨਹੀਂ ਸਾਨੂੰ ਪਰਮਿਸ਼ਨ ਦਿਓ, ਧਰਨੇ ਦੀ ਕੋਈ ਪਰਮਿਸ਼ਨ ਨਹੀਂ ਹੁੰਦੀ, ਕਿਸੇ ਤੋਂ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਉਹਨਾਂ ਨੇ ਆਪਣਾ ਧਰਨਾ ਰੱਖਿਆ ਔਰ ਉਹ ਗਏ ਆ। ਗੱਲ ਇਹ ਹੈ ਕਿ ਇਹਨਾਂ ਲੋਕਾਂ ਤੋਂ ਮੋਦੀ ਜੀ ਨੂੰ, ਠੀਕ ਆ ਤੁਸੀਂ ਇਲੈਕਸ਼ਨ 'ਚ ਫੰਡ ਲਿੱਤੇ, ਬੈਨੀਫਿਟ ਲਿੱਤੇ ਆ, ਲੇਕਿਨ ਇੰਨਾ ਜ਼ਿਆਦਾ ਨਾ ਦੇ ਦਿਓ ਕਿ ਦੇਸ਼ ਦਾ ਕਿਸਾਨ, ਦੇਸ਼ ਦੀ ਅਰਥ ਵਿਵਸਥਾ ਖਤਮ ਹੋ ਜਾਵੇ। ਆਪਾਂ ਇਹ ਵੱਡੇ ਅਮੀਰ ਘਰਾਣਿਆਂ ਦੇ ਉੱਤੇ ਜੋ ਹੈ ਉਹਨਾਂ ਨੂੰ ਉੱਥੇ ਦਾਇਰੇ 'ਚ ਰੱਖੋ, ਨਾ ਕਿ ਆਮ ਜਨਤਾ ਨੂੰ ਤੰਗ ਕਰੋ, ਆਮ ਕਿਸਾਨਾਂ ਨੂੰ ਤੰਗ ਕਰੋ। ਅੱਜ ਪੰਜਾਬ ਦੇ ਮੁੱਖ ਮੰਤਰੀ ਜਿੱਥੇ ਪਾਣੀਆਂ ਦੇ ਰਾਖੇ ਸੀ, ਅੱਜ ਕਿਸਾਨੀ ਦੇ ਰਾਖੇ ਉਹਨਾਂ ਨੂੰ ਨਵਾਜਿਆ ਗਿਆ ਵਾ। ਸੋ ਮੈਂ ਬਾਰ-ਬਾਰ ਮੋਦੀ ਜੀ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਣੀ ਹੱਠ ਛੱਡ ਕੇ ਰਾਜੇ ਮਹਾਰਾਜਿਆਂ ਵਾਲਾ ਤੁਸੀਂ ਫਿਰ ਲੋਕਾਂ ਦੀ ਕਚਹਿਰੀ 'ਚ ਵੋਟ ਮੰਗਣ ਜਾਣਾ ਵਾ। ਸੋ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣੀਆਂ ਚਾਹੀਦੀਆਂ ਵਾ, ਔਰ ਇਹ ਅਸੀਂ ਪ੍ਰੋਜੈਕਟ ਉਹਨਾਂ ਨੂੰ ਅਪੀਲ ਕਰਦੇ ਹਾਂ। ਜਿਹੜੀ ਗੱਲ ਸਰਕਾਰ ਨੇ ਹੁਣ ਮੰਨੀ ਆ, ਇਹ ਪਹਿਲਾਂ ਵੀ ਮੰਨ ਸਕਦੇ ਸੀ। ਦੇਖੋ, ਠੰਡ ਦੇ ਵਿੱਚ ਉਹਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਕੀਤੀਆਂ ਗਈਆਂ ਨਾ, ਫਿਰ ਆਂਸੂ ਗੋਲੇ ਸੁੱਟੇ ਗਏ ਉਹਨਾਂ ਦੇ ਉੱਤੇ। ਇਹਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਕਿੱਥੋਂ ਤੱਕ ਸਹੀ ਸੀਗਾ ਸਰ? ਕੇਂਦਰ ਸਰਕਾਰ ਨੇ ਜਦ ਅਸੀਂ ਇੱਕ ਗੱਲ ਕਰਤੀ ਵੀ ਅਸੀਂ 3 ਤਰੀਕ ਨੂੰ ਤੁਹਾਡੇ ਨਾਲ ਗੱਲਬਾਤ ਕਰਾਂਗੇ, ਜਾਂ ਤਾਂ ਕੇਂਦਰ ਸਰਕਾਰ ਇਹ ਕਹਿ ਦੇਵੇ ਅਸੀਂ ਕਿਸਾਨਾਂ ਦੀ ਗੱਲ ਹੀ ਨਹੀਂ ਸੁਣਦੇ। ਪਹਿਲਾਂ ਪ੍ਰਦੇਸ਼ ਅਧਿਕਸ਼ ਗਏ, ਕਿਸਾਨ ਯੂਨੀਅਨ ਨਾਲ ਗੱਲ ਕੀਤੀ। ਪ੍ਰਦੇਸ਼ ਅਧਿਕਸ਼ ਨੇ, ਸਾਡੇ ਸੂਬਾ ਪ੍ਰਧਾਨ ਨੇ ਇੱਕ ਬਣਾਤੀ ਕਮੇਟੀ 8 ਮੈਂਬਰੀ, ਉਹ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ। ਉਸ ਤੋਂ ਬਾਅਦ ਫਿਰ ਅਸੀਂ ਕਿਸਾਨਾਂ ਨੇ ਗੱਲ ਕੀਤੀ। ਪਹਿਲਾਂ ਕਹਿਤਾ ਜੀ ਨਹੀਂ ਜੀ, ਅਫਸਰਾਂ ਨੇ ਗੱਲ ਕੀਤੀ, ਨਹੀਂ ਹੋ ਸਕਦੀ। ਦੁਬਾਰਾ ਫਿਰ ਮੰਤਰੀਆਂ ਨੇ ਕੀਤੀ, ਫਿਰ ਤਿਵਾਰਾ ਤੀਸਰੀ ਵਾਰ ਟਾਈਮ ਦੇਤਾ ਕਿ ਅਸੀਂ 3 ਤਰੀਕ ਨੂੰ ਤੁਹਾਡੇ ਨਾਲ ਗੱਲ ਕਰਨਗੇ।
ਅੰਦੋਲਨ ਉੱਥੇ ਕਰਨ ਦਾ ਲਾਭ ਹੁੰਦਾ ਹੈ ਜਿੱਥੇ ਸਰਕਾਰ ਤੁਹਾਡੀ ਗੱਲ ਨਾ ਮੰਨਦੀ ਹੋਵੇ, ਨਾ ਮੰਨਣਾ ਚਾਹੁੰਦੀ ਹੋਵੇ, ਸਰਕਾਰ ਦੀ ਨੀਅਤ ਬਦਨੀਅਤ ਹੋਵੇ। ਇੱਕ ਪਾਸੇ ਸਰਕਾਰ ਲੰਬਾ ਮਸਲਾ ਹੈ, ਲੰਬੀਆਂ ਗੱਲਾਂ ਤੁਹਾਡੇ ਹਿਸਾਬ ਨਾਲ ਤੁਸੀਂ ਕਹੋ ਵੀ ਰਾਤੀ ਬੈਠੀਏ ਤੇ ਸਵੇਰੇ ਕਿਸੇ ਚੀਜ਼ ਦਾ ਹੱਲ ਹੋ ਜਾਵੇ, ਐਸਾ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਜਦ ਕੇਂਦਰ ਸਰਕਾਰ ਤੁਹਾਨੂੰ ਬਾਰ-ਬਾਰ ਕਹਿ ਰਹੀ ਹੈ ਕਿ ਮੰਤਰੀ ਸਤਰ ਦੀ ਗੱਲ ਕਰਾਂਗੇ, ਪੀਯੂਸ਼ ਕਾਂਤ ਜੀ ਬੈਠਣਗੇ, ਤੋਮਰ ਜੀ ਬੈਠਣਗੇ, ਕ੍ਰਿਸ਼ੀ ਮੰਤਰੀ ਬੈਠੂਗੇ, ਸਾਰੇ ਬੈਠੂਗੇ, ਗੱਲ ਕਰੋਗੇ ਤਾਂ ਤੁਸੀਂ ਆਮਦ ਆਓਗੇ, ਨਹੀਂ ਅਸੀਂ ਅੰਦੋਲਨ ਕਰਨਾ ਹੀ ਹੈ। ਫਿਰ ਲਫ਼ਜ਼ ਕੀ ਹੈ, ਅਸੀਂ ਦਿੱਲੀ ਕੂਚ ਕਰ ਰਹੇ ਹਾਂ, ਅਸੀਂ ਦਿੱਲੀ ਫਤਿਹ ਕਰਾਂਗੇ। ਐਸੀ ਭਾਸ਼ਾ ਦਾ ਤੁਸੀਂ ਇਸਤੇਮਾਲ ਕਰੋਗੇ ਔਰ ਨੰਗੀਆਂ ਤਲਵਾਰਾਂ ਲੈ ਕਰਕੇ ਕੱਲ ਤੁਸੀਂ ਟੀਵੀ ਤੇ ਦੇਖਿਆ, ਇਹ ਅੰਦੋਲਨ ਹੁੰਦਾ, ਇਹ ਅੰਦੋਲਨ ਹੁੰਦਾ। ਮੈਂ ਫਿਰ ਬਾਰ-ਬਾਰ ਕਿਸਾਨ ਵੀਰਾਂ ਨੂੰ ਕਹਿੰਦਾ ਕਿ ਕੁਝ ਰਾਜਨੀਤਿਕ ਜਥੇਬੰਦੀਆਂ ਕਿਸਾਨਾਂ ਦੇ ਨਾਂ 'ਤੇ ਆਪਣੀ ਰੋਟੀਆਂ ਸੇਕ ਰਹੀਆਂ, ਕਿਸਾਨਾਂ ਨੂੰ ਐਕਸਪਲੋਇਟ ਕਰ ਰਹੀਆਂ, ਕਿਸਾਨਾਂ ਨੂੰ ਉਹਨਾਂ ਸਭ ਦਾ ਖਹਿੜਾ ਛੱਡ ਕਰਕੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਪ ਪਾਰਟੀ ਹੈ, ਚਾਹੇ ਅੱਜ ਅਕਾਲੀ ਦਲ ਹੈ, ਜਿਹੜੀ ਆਪਣੀ ਖੁੰਝੀ ਹੋਈ ਜ਼ਮੀਨ ਲੱਭਣ ਨੂੰ ਫਿਰਦਾ। ਕਿਸਾਨਾਂ ਨੂੰ ਚਾਹੀਦਾ ਹੈ ਕਿ ਅਗਰ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਦੀ ਹੈ ਤਾਂ ਇਸ ਕਿਸਮ ਦਾ ਕੋਈ ਵੀ ਰਾਸਤਾ ਵਾਇਲੈਂਸ ਵਾਲਾ ਛੱਡ ਕੇ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਔਰ ਕੇਂਦਰ ਸਰਕਾਰ ਨੇ ਅਗਰ ਉਹਨਾਂ ਨੂੰ ਬੁਲਾਇਆ, ਦਿੱਲੀ 'ਚ ਸੱਦਾ ਦਿੱਤਾ, ਪਹਿਲਾਂ ਵੀ ਦਿੱਤਾ, ਅੱਜ ਅਗਰ ਉਹਨੂੰ ਆਉਣ ਨੂੰ ਕਿਹਾ ਤਾਂ ਬਹੁਤ। ਜਿਹੜੇ ਹੁਣ ਉਹਨਾਂ ਦਾ ਪ੍ਰੋਟੈਸਟ ਸੀਗਾ, ਹੁਣ ਉੱਥੇ ਦਿੱਲੀ ਤੱਕ ਪਹੁੰਚ ਚੱਲੇ ਨੇ ਨਾ, ਉਹਨਾਂ ਨੂੰ ਪਰਮਿਸ਼ਨ ਵੀ ਮਿਲ ਗਈ ਆ ਦਿੱਲੀ ਜਾਣ ਦੀ। ਸਰ ਉਹਨਾਂ ਨੂੰ ਕਿੱਦਾਂ ਦੀ ਪਰਮਿਸ਼ਨ ਮਿਲੀ ਆ, ਤੁਹਾਨੂੰ ਤਾਂ ਜ਼ਿਆਦਾ ਪਤਾ ਹੋਏਗਾ। ਨਹੀਂ ਦੇਖੋ, ਮੈਂ ਅੱਜ ਸਵੇਰ ਤੋਂ ਮੇਰੇ ਘਰ 'ਚ ਫੰਕਸ਼ਨ ਹੈ, ਸੋ ਮੈਂ ਜ਼ਿਆਦਾ ਸੁਣਿਆ ਨਹੀਂ, ਬਹੁਤ ਕਰੀਬੀ ਫੰਕਸ਼ਨ ਹੈ ਸਾਡਾ। ਲੇਕਿਨ ਕੇਂਦਰ ਸਰਕਾਰ ਨੇ ਅਗਰ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਦਿੱਲੀ ਆਉਣ ਦੀ, ਕੇਂਦਰ ਸਰਕਾਰ ਵੱਲੋਂ ਪਹਿਲਾਂ ਵੀ ਮਨਜ਼ੂਰੀ ਸੀ। ਤੇ ਹੁਣ ਸਰ ਉਹਨਾਂ ਦੀਆਂ ਜਿਹੜੀਆਂ ਜੋ ਉਹਨਾਂ ਦੇ ਮੰਨ ਲਓ ਜੋ ਵੀ ਉਹਨਾਂ ਦੀਆਂ ਹੁਣ ਤੱਕ ਉਹਨਾਂ ਦੀਆਂ ਪਰਮਿਸ਼ਨਾਂ ਸੀਗੀਆਂ, ਜੋ ਵੀ ਉਹਨਾਂ ਦੀਆਂ ਹੁਣ ਤੱਕ ਮੰਗਾਂ ਸੀਗੀਆਂ, ਉਹ ਸਰ ਉਹਨਾਂ ਨੂੰ ਮਿਲਣਗੀਆਂ ਹੁਣ? ਕੇਂਦਰ ਸਰਕਾਰ ਨਾਲ ਮੰਤਰੀਆਂ ਨਾਲ ਬੈਠ ਕਰਕੇ ਕਿਸਾਨਾਂ ਦਾ ਵਕਫ, ਕਿਸਾਨਾਂ ਦੇ ਨੁਮਾਇੰਦੇ ਗੱਲ ਕਰਨਗੇ ਤਾਂ ਜ਼ਰੂਰ ਕੋਈ ਨਾ ਕੋਈ ਰਸਤਾ ਨਿਕਲੂਗਾ। ਕਿਸੇ ਵੀ ਗੱਲ ਦਾ ਰਸਤਾ ਕੱਢਣਾ ਬਾਤਚੀਤ ਹੁੰਦੀ ਹੈ, ਲੜਾਈ ਝਗੜਾ ਜਾਂ ਗਲਤ ਲੋਕਾਂ ਦੇ ਮਗਰ ਲੱਗ ਕਰਕੇ ਗਲਤ ਕਿਸਮ ਦੇ ਕਾਰੇ ਕਰਨਾ ਕੋਈ ਹੱਲ ਨਹੀਂ ਹੁੰਦਾ। ਕੇਂਦਰ ਸਰਕਾਰ ਪਹਿਲਾਂ ਵੀ ਕਹਿੰਦੀ ਸੀ ਅਸੀਂ ਤੁਹਾਡੇ ਨਾਲ ਹੈ, ਕਿਸਾਨਾਂ ਦੇ ਨਾਲ ਹੈ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਔਰ ਦਿਖਦਾ ਵੀ ਹੈ। ਕੀਮਤ ਮੈਂ ਜਿਸ ਤਰ੍ਹਾਂ ਤੁਹਾਨੂੰ ਪ੍ਰਮਾਣ ਦਿੱਤਾ ਵੀ ਇੱਦਾਂ ਇੰਨੀ ਕੀਮਤ ਇੰਨੀ ਵਧੀ ਐਤਕੀ ਝੋਨਾ ਆਇਆ ਅਤੇ ਉਹਦੀ ਪੈਸੇ ਦੂਜੇ ਦਿਨ ਕਿਸਾਨ ਦੀ ਜੇਬ 'ਚ ਪੈ ਗਏ। ਸੋ ਕਿਸਾਨਾਂ ਨੂੰ ਸਰਕਾਰ ਦੀ ਨੀਅਤ 'ਤੇ ਸ਼ੱਕ ਨਹੀਂ ਚਾਹੀਦਾ ਕਰਨਾ ਚਾਹੀਦਾ, ਮੋਦੀ ਸਾਹਿਬ ਦੀ ਨੀਅਤ 'ਤੇ ਯਾਨੀ ਕਿ ਹੁਣ ਉੱਥੇ ਤੁਹਾਡੀ ਮਤਲਬ ਸੋਚ ਦੇ ਮੁਤਾਬਕ ਕਿਸਾਨ ਉੱਥੋਂ ਖਾਲੀ ਨਹੀਂ ਮੁੜਨਗੇ ਦਿੱਲੀੋਂ? ਨਹੀਂ ਮੁੜਨੇ ਚਾਹੀਦੇ। ਅਗਰ ਕੋਈ ਐਤਕੀ ਵੀ ਗੱਲ ਸਿਰੇ ਨਹੀਂ ਚੜ੍ਹਦੀ ਤਾਂ ਅੱਗੇ ਵਾਸਤੇ ਰਸਤਾ ਖੁੱਲ੍ਹਾ ਰੱਖਣਾ ਚਾਹੀਦਾ। आत्मा ब्यूरो रिपोर्ट। श्री आत्म बल्लभ जैन उपाश्रय लुधियाना में विराजमान गनिवर्य डॉक्टर इंद्रजीत विजय जी महाराज ने जिनागम श्री सूत्र कृतार्थ के माध्यम से बताया कि अनंतर व्यान के देवता सर्वश्रेष्ठ माने जाते हैं। उनके पास प्रचुर मात्रा में भौतिक सुख होता है, मगर फिर भी वे अनासक्ता भाव से रहते हैं। भगवान महावीर स्वामी जी का जीवन भी अनासक्ता एकदम निर्लिप्त था। चारों ओर भैभव सुख होते हुए भी परमात्मा ने आध्यात्मिक आत्म साधना को जीवन में प्रमुखता दी है। तो ये जो अनुत्तर विमान वासी के जो देवता होते हैं, कहते हैं कि उनकी आयुष्य, वैसे ही देवताओं की जो आयुष्य है वो बड़ी लंबी है, बहुत बड़ी है, यानी ज़्यादा से ज़्यादा 33 सागरोपम की है। कितनी? ये जो देवताओं की जो स्थिति है, जो आयुष्य है, वो आयुष्य बड़ा विशाल है, बड़ा लंबा है, दीर्घ है, यानी 33 सागरोपम। एक सागरोपम का हम माप देखते हैं तो सीधी सादी भाषा में मैं आपको बता दूं कि एक जो सागर है, जो समुद्र है, तो उस समुद्र में कितना जल होता है, अगाध जल होता है। तो ऐसे सागर को खाली करना है, पानी से खाली करना है, और हम खाली करने लग गए कि हमको इसको पानी से रहित कर देना है, खाली कर देना है, रिक्त कर देना है। और ऐसा करके हम लोग लग गए, पानी उलीचने लगे, पानी खाली करने लगे, सागर का पानी खाली करने लगे, तो कितना समय लगेगा? एक सागर को खाली करने में कितना समय जाएगा, कितना समय लगेगा? यानी वर्षों के वर्षों, यानी जिसका कोई संख्या नहीं है,
हम गिन भी नहीं सकते, अनगिनत वर्ष लग जाएंगे। तो इतना समय कहते हैं कि एक सागरोपम का होता है। क्या होता है? इतना समय एक सागरोपम का होता है। तो यहाँ पर एक दो सागरोपम की बात नहीं है, यहाँ पर 33 सागरोपम की बात है। तो ऐसे अनुत्तर विमानवासी जो देव होते हैं, कहते हैं कि उनकी थोड़ी सी आयु कम पड़ गई। क्या हुआ? कम पड़ गई, घट पड़ गई। और कहते हैं कि वो कम होने के कारण अनुत्तर विमानवासी देव बने। क्या बने? अनुत्तर विमानवासी देव बने। कैमरामैन जसविंदर के साथ सिमरन की रिपोर्ट। राष्ट्रीय संत आचार्य परवर श्री सुभद्र मुनि जी महाराज के आज्ञानुवर्ती ओजस्वी वक्ता श्री रमेश मुनि जी महाराज, प्रवचन भास्कर श्री मुकेश मुनि जी महाराज, श्री मुदित मुनि जी महाराज 2020 के चतुर्मा सेतु सेक्टर 39 में चंडीगढ़ रोड पर लुधियाना में विराजमान है। आज महाराज साहब ने सभा को संबोधित करते हुए फरमाया कि अपने जीवन में जब संजोग बनता है तो खुशियाँ छा जाती हैं, और जब वियोग की स्थिति बनती है और रोने लगता है। बच्चे का जन्म हुआ, व्यक्ति कितना खुश है, सब मोहल्ले खुशी के बने हुए हैं, उत्सव मनाने लग रहा है, मंगल गान गाने लग रहा है। लेकिन जब वियोग की स्थिति बनी वो तो रो रहा है। यानी इस संसार में कभी सुख है, कभी दुख है। जैसे बादल की छाया है, वह स्थिति सुख दुख की स्थिति है। अभी धूप पड़ने लग रही है, व्यक्ति बेचैन हो गया, दुख पाने लग रहा है, वेदना में बना है। लेकिन अगले ही पल एक बादल की टुकड़ी आई है, छाया हो गई। उस छाया में व्यक्ति बड़ा खुश हो गया, सुखी हो गया, जीवन में सुख आ गया। तो ये जो स्थितियां हैं, ये सब स्थितियां जो भाव परंपरा है उसमें बनती है। कैमरामैन विकास के साथ सिमरन की रिपोर्ट। लुधियाना के मॉडल टाउन में स्थित दीप अस्पताल पर अब एक बार फिर से बड़े आरोप लगे हैं। आए दिन कोई न कोई अस्पताल की नाकामी से मौत के केस सामने आ रहे हैं। शिकायतकर्ता ने बताया कि डॉक्टर बलजीत सिंह बच्चों का डॉक्टर होते हुए भी बड़ों का इलाज करता रहा है, जिस वजह से गलत उपचार करने से लोगों की जानें भी गई थी। पीड़ित लखवीर सिंह नामक व्यक्ति का बच्चा, जो कि सिर्फ 2 दिन का ही था, उसने डॉक्टर बलजीत सिंह पर आरोप लगाया कि डॉक्टर द्वारा दी गई गलत दवाई से बच्चे की मौत हो गई है। इतना ही नहीं, हॉस्पिटल में इलाज के लिए ली गई फीस की भी कोई रसीद भी नहीं दी जाती और पॉलिटिकल प्रेशर डालकर बात को रफा दफा करने का प्रयास भी किया जाता है। शिकायतकर्ता ने मांग की है कि डॉक्टर का लाइसेंस रद्द कर डॉक्टर पर और अस्पताल पर जल्द से जल्द कानूनी कार्रवाई की जाए, क्योंकि अब दीप अस्पतालों में मौत का सिलसिला रुकने का नाम नहीं ले रहा। पर सवाल यह है कि अभी तक सेहत विभाग आंखें मूंद कर क्यों सोया हुआ है। दीप हॉस्पिटल ਜਿਹੜਾ ਕਿ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਕਰਦਾ,
ਸਹੀ ਨਾ ਇਲਾਜ ਕਰਨ ਕਰਕੇ ਮਰੀਜ਼ਾਂ ਦੀਆਂ ਮੌਤਾਂ ਦਿਨ ਬਰ ਦਿਨ ਵੱਧ ਰਹੀਆਂ ਨੇ। ਤੁਹਾਡਾ ਵੀ ਕੋਈ ਮਰੀਜ਼ ਸੀਗਾ? ਹਾਂਜੀ, ਮੇਰੇ ਮਾਮਾ ਜੀ ਸੀ ਸਰਦਾਰ ਗੁਰਮੇਲ ਸਿੰਘ ਜੀ। ਉਹਨਾਂ ਨੇ ਕਦੇ ਦਵਾਈ ਆਪਣਾ ਸਿਰ ਦਰਦ ਦੀ ਦਵਾਈ ਨਹੀਂ ਖਾਧੀ ਸੀ ਤੇ ਬਿਲਕੁਲ ਫਿੱਟ ਐਂਡ ਫਾਈਨ ਸੀ ਤੇ ਇਹਨਾਂ ਨੇ ਕਹਤਾ ਜੀ ਕੋਵਿਡ ਕਰਕੇ ਉਹਨਾਂ ਦੀ ਡੈਥ ਹੋ ਗਈ। ਦੀਪ ਹਸਪੀਟਲ ਕਿੱਥੇ ਪੈਂਦਾ ਜੀ? ਇਹ ਦੀਪ ਹਸਪੀਟਲ ਮਾਡਲ ਟਾਊਨ ਲੁਧਿਆਣਾ ਜੀ। ਤੇ ਹੁਣ ਕੀ ਮੰਗ ਕਰਨਾ ਹੈ ਤੁਸੀਂ? ਅਸੀਂ ਮੰਗ ਇਹੀ ਕਰਦੇ ਹਾਂ ਜੀ, ਜਿਹੜਾ ਵੀ ਇੱਕ ਤਾਂ ਹਸਪਤਾਲ ਬੰਦ ਹੋਣਾ ਚਾਹੀਦਾ ਤੇ ਡਾਕਟਰ ਜਿਹੜਾ ਬਲਦੀਪ ਉਹ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ। ਕੀ ਮੰਗ ਕਰਦੇ ਹੋ? ਅੱਜ ਤੁਸੀਂ ਡੀਸੀ ਦਫ਼ਤਰ ਮੰਗ ਪੱਤਰ ਦੇਣਾ ਹੈ? ਬਿਲਕੁਲ ਜੀ, ਮੰਗ ਪੱਤਰ ਦੇਣ ਆਏ ਆ। ਮੇਰੇ ਕੋ ਇੱਕ ਨਹੀਂ ਘੱਟੋ ਘੱਟ 100 ਪੀੜਤ ਆਏ ਆ। ਇੱਕ ਤਾਂ ਆ ਬੇਟਾ ਵਾ ਜਿਹਦੇ ਕੀ ਇੱਧਰ ਆ ਬੇਟਾ, ਇਹਦੇ ਪਿਤਾ ਜੀ ਨੂੰ ਡੇਂਗੂ ਸੀ। ਡੇਂਗੂ ਕੋਈ ਐਡੀ ਵੱਡੀ ਬਿਮਾਰੀ ਨਹੀਂ ਹੁੰਦੀ, ਜਦ ਕਿ ਉਹ ਇਹਨਾਂ ਦੇ ਪਿਤਾ ਜੀ ਦਾ ਇਲਾਜ ਕਾਹਦਾ ਕੀਤਾ? ਆਪਰੇਸ਼ਨ ਕਰਤਾ ਕਲੌਟ ਦਾ। ਅੱਛਾ, ਜੇ ਮੰਨ ਲਓ ਦੀਪ ਹਸਪੀਟਲ ਨਹੀਂ ਤੁਹਾਡੀ ਮੰਗ ਮੰਨਦਾ ਤਾਂ ਕੀ ਕਰੋਗੇ? ਦੇਖੋ ਜੀ, ਹੁਣ ਮੰਗ ਪੱਤਰ ਦਿੰਦੇ ਆ, ਹਫ਼ਤੇ ਬਾਅਦ ਉੱਥੇ ਲਗਾਤਾਰ ਸਾਡਾ ਧਰਨਾ ਚੱਲੂਗਾ 11 ਤੋਂ ਲੈ ਕੇ 3 ਵਜੇ ਤੱਕ ਤੇ ਅਲੱਗ-ਅਲੱਗ ਮਰੀਜ਼ ਹਰ ਵਾਰੀ ਅਲੱਗ-ਅਲੱਗ ਮਰੀਜ਼ਾਂ ਨਾਲ ਮੈਂ ਖੜੂੰਗਾ। ਕਿੰਨੇ ਕੁ ਮਰੀਜ਼ਾਂ ਨਾਲ ਖਿਲਵਾੜ ਹੋਇਆ? ਇਹ ਘੱਟੋ ਘੱਟ ਜੀ ਇਸ ਟਾਈਮ ਮੇਰੇ ਕੋਲ 15 ਦਾ ਡਾਟਾ ਆ ਗਿਆ ਵਾ ਤੇ ਰੋਜ਼ ਮੈਨੂੰ ਡੇਲੀ ਕਾਲ ਆਉਂਦੀ ਆ, ਡੇਲੀ ਯਾਨੀ ਕਿ ਨੀਅਰ ਅਬਾਊਟ ਮੇਰੇ ਸਾਹਮਣੇ 50-60 ਦੇ ਪਹੁੰਚ ਜਾਣੇ ਆ ਹਫ਼ਤੇ ਦੇ ਵਿੱਚ। ਕੀ ਨਾਮ ਹੈ? ਅਮਿਤ ਜੀ। ਕੌਣ ਭਰਤੀ ਸੀ ਜੀ? ਮੇਰੇ ਡੈਡੀ। ਕਿੱਥੇ ਜੀ? ਦੀਪ ਹਸਪਤਾਲ। ਪ੍ਰੋਬਲਮ ਕੀ ਸੀ? ਉਹਨਾਂ ਨੂੰ ਡੇਂਗੂ ਸੀਗਾ, ਚੱਕ ਕੇ ਇਹਨਾਂ ਨੇ ਬ੍ਰੇਨ ਦੇ ਵਿੱਚ ਕਲਾਉਟ ਆ, ਕਹਿੰਦੇ ਉਹਦਾ ਆਪਰੇਸ਼ਨ ਕਰਤਾ। ਫਿਰ ਉਸ ਤੋਂ ਬਾਅਦ ਤੁਸੀਂ ਕਿਹਾ ਨਹੀਂ ਕਿ ਕਿਉਂ ਇਹਦਾ ਕਿਉਂ ਕੀਤਾ ਗਿਆ? ਸਰ ਅਸੀਂ ਤਾਂ ਉਸ ਟਾਈਮ ਇਹ ਹੁੰਦਾ ਕਿ ਬੰਦੇ ਨੂੰ ਬਚਾਉਣਾ, ਅਸੀਂ ਸਾਨੂੰ ਕੀ ਪਤਾ ਕੀ ਸੀ। ਉਹਨਾਂ ਨੇ ਜਿਹੜੀ ਚੀਜ਼ ਸਾਨੂੰ ਦੱਸੀ, ਕਹਿੰਦੇ ਇਹਨੂੰ ਇਹ ਡੇਂਗੂ ਦੀ ਜਗ੍ਹਾ ਤੇ ਇਹਦਾ ਕਲੌਟ ਆ ਗਿਆ ਜੀ ਦਿਮਾਗ ਦੇ ਵਿੱਚ, ਤਾਂ ਕਰਕੇ ਚੱਕ ਕੇ ਉਹਨਾਂ ਨੇ ਕਲੌਟ ਦਾ ਆਪਰੇਸ਼ਨ ਕਰਤਾ। 40,000 ਸੈੱਲ ਸੀ, 40,000 ਸੈੱਲਾਂ ਦੇ ਵਿੱਚ ਤਾਂ ਕੱਟ ਨਹੀਂ ਲਾਉਂਦਾ ਡਾਕਟਰ, ਉਹਨਾਂ ਨੇ ਚੱਕ ਕੇ ਆਪਰੇਸ਼ਨ ਕਰਤਾ। ਕਿੰਨੇ ਪੈਸੇ ਲਏ ਨੇ ਤੁਹਾਡੇ ਕੋਲ? ਮੇਰੇ ਤੋਂ ਲਏ 2,80,000। 2,80,000 3 ਦਿਨਾਂ ਦਾ। ਤੇ ਕੀ ਮੰਗ ਕੀ ਕਰਦੇ ਹੋ? ਮੈਂ ਕਹਿੰਦਾ ਦੀਪ ਹਸਪਤਾਲ ਬੰਦ ਹੋਵੇ ਤੇ ਡਾਕਟਰ ਨੂੰ ਜੇਲ੍ਹ ਦੇ ਪਿੱਛੇ। ਪੇਸ਼ੈਂਟ ਦਾ ਕੀ ਨਾਮ ਜੀ? ਸੁਸ਼ੀਲ ਕੁਮਾਰ ਜੀ। ਫਾਦਰ ਸਾਹਿਬ ਜੀ ਤੁਹਾਡੇ? ਹਾਂਜੀ। ਕਦੋਂ ਹੋਈ ਸੀ ਭਰਤੀ? ਇਹ 15/11/2019 ਨੂੰ ਕਰਾਇਆ ਸੀ, 17/11/2019 ਨੂੰ ਡੈਥ ਹੋ ਗਈ ਸੀ ਰਾਤ ਨੂੰ। ਇੰਨੇ ਲੇਟ ਕਿਉਂ ਹੋ ਗਏ ਤੁਸੀਂ? ਸਰ ਮੇਰੇ ਕੋਲੇ ਕੁਝ ਹੈ ਨਹੀਂ ਸੀ, ਨਾ ਮੇਰੀ ਜੇਬ 'ਚ ਪੈਸਾ, ਨਾ ਕੁਛ ਹੋਰ, ਸਪੋਰਟ ਨਹੀਂ ਮਿਲੀ ਕਿਸੇ ਦੀ। ਹੁਣ ਭਾਜੀ ਹੋਣਾ ਦੀ ਮਿਲੀ ਆ, ਹੁਣ ਮੈਂ ਖੜਾ ਨਾਲ ਇਹਨਾਂ ਦੇ। ਸਾਡੇ ਕੋਲ ਹਰ ਪੇਸ਼ੈਂਟ ਦਾ ਰਿਕਾਰਡ ਹੈ, ਜਿਹੜਾ ਮਰਜ਼ੀ ਬੰਦਾ ਆ ਕੇ ਸਾਨੂੰ ਮਿਲ ਲੇ, ਇੱਕ ਪੁਆਇੰਟ ਤੇ ਉਹਨਾਂ ਦੀ ਤਸੱਲੀ ਕਰਾ ਦੂੰਗਾ। ਜੇ ਨਹੀਂ ਤਸੱਲੀ ਹੋਈ ਫਿਰ ਆ ਕੇ ਜੋ ਮਰਜ਼ੀ ਕਰ ਸਕਦੇ ਆ। ਸਰ ਜਲੰਧਰ ਵਾਲੇ ਗੁਰਬਚਨ ਸਿੰਘ ਕਹਿ ਉਹਦਾ ਕੰਪਲੀਟ ਰਿਕਾਰਡ ਆ ਸਾਡੇ ਕੋਲ, ਉਹਦਾ ਇੱਕ ਰਿਕਾਰਡ ਹੈ, ਬਿੱਲ ਦੀ ਡਿਟੇਲਸ ਹੈ। ਇਹ ਪੇਸ਼ੈਂਟ ਪਹਿਲੇ ਜਲੰਧਰ ਦਾਖਲ ਸੀ, ਫਿਰ ਇੱਥੇ ਸ਼ਾਇਦ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਦਾਖਲ ਸੀ, ਉਸ ਤੋਂ ਬਾਅਦ ਆਇਆ। ਉਹਦੀ ਪੂਰੀ ਰਿਕਾਰਡ, ਹਾਈ ਰਿਸਕ ਕੰਸੈਂਟ, ਇੱਕ ਫਾਈਲ ਦਾ ਡਾਕੂਮੈਂਟ ਸਾਡੇ ਕੋਲ ਕੰਪਲੀਟ ਹੈ। ਜਦੋਂ ਮਰਜ਼ੀ ਆ ਕੇ ਦੇਖ ਸਕਦੇ ਦੇ ਨਹੀਂ ਰਹੇ ਤੁਸੀਂ ਹੁਣੇ ਲੈ ਲੈਣ, ਅੱਜ ਹੀ ਆ ਕੇ ਲੈ ਜਾਣ। ਅਸੀਂ ਨਾ ही नहीं कीते। कैमरामैन विकास के साथ राकेश की रिपोर्ट। भारत का मैनचेस्टर कहलाने वाला शहर लुधियाना में इंडस्ट्री की समस्याओं को हल करने के लिए चैम्बर की तरफ से एक मीटिंग पंजाब के उद्योग मंत्री श्याम सुंदर अरोड़ा से की गई, जिसमें उद्योगपतियों ने अपनी समस्याएं मंत्री के सामने रखी, जिसमें इंडस्ट्री को टैक्सों के प्रति आ रही दिक्कतों को दूर करने की बात कही गई और सारी गुड्स और यात्री ट्रेनों को फिर से शुरू करने के लिए रेलवे और केंद्र सरकार को कहा गया। उद्योग मंत्री श्याम सुंदर अरोड़ा ने मीटिंग में आए हुए सभी उद्योगपतियों को विश्वास जताया कि आपकी सभी समस्याओं का जल्द हल कर दिया जाएगा। ਅੱਜ ਮੈਂ ਰੇਲਵੇ ਮਿਨਿਸਟਰੀ ਦਾ ਔਰ ਸੈਂਟਰ ਗਵਰਨਮੈਂਟ ਦਾ ਧੰਨਵਾਦ ਵੀ ਕਰਦਾ ਔਰ ਮਾਨਯੋਗ ਮੁੱਖ ਮੰਤਰੀ ਜੀ ਦਾ, ਜਿਨ੍ਹਾਂ ਦੀ ਅਪੀਲ ਤੇ ਕਿਸਾਨ ਜਥੇਬੰਦੀਆਂ ਨੇ ਗੱਲ ਮੰਨੀ ਤੇ ਧਰਨੇ ਚੱਕੇ। ਅੱਜ ਜਿਹੜੀ ਸਾਡੀ ਇੰਡਸਟਰੀ ਹੈ, ਕਿੰਨੇ ਕੰਟੇਨਰ ਫਸੇ ਪਏ ਸੀ, ਕਿੰਨਾ ਕੁਝ ਅੱਜ ਸਮਾਨ ਆਣਾ ਜਾਣਾ ਸ਼ੁਰੂ ਹੋ ਗਿਆ। ਔਰ ਮੈਂ ਬੇਨਤੀ ਕਰਦਾ, ਧੰਨਵਾਦ ਕਰਦਾ ਰੇਲਵੇ ਮਿਨਿਸਟਰੀ ਦਾ, ਸੈਂਟਰ ਗਵਰਨਮੈਂਟ ਦਾ, ਕਿ ਇਹ ਰੇਲਵੇ ਨੂੰ ਗੱਡੀਆਂ ਚੱਲਣੀਆਂ ਚਾਹੀਦੀਆਂ ਨੇ, ਗੁੱਡਸ ਟ੍ਰੇਨ, ਔਰ ਇਹ ਬੰਦ ਨਹੀਂ ਹੋਣੀਆਂ ਚਾਹੀਦੀਆਂ। ਇਹਦੇ ਨਾਲ ਜਿਹੜੀ ਸਾਡੀ ਇੰਡਸਟਰੀ ਹੈ ਇਹ ਬਿਲਕੁਲ ਖੜੀ ਹੋ ਜਾਏਗੀ ਜੇ ਬੰਦ ਹੋਣਗੀਆਂ। ਇਹਦੇ ਲਈ ਮੈਂ ਅਪੀਲ ਕਰਦਾ ਕਿ ਜਿਹੜੀ ਟ੍ਰੇਨ ਹੈ ਇਹ ਕਦੀ ਬੰਦ ਨਹੀਂ ਹੋਣੀ ਚਾਹੀਦੀ। ਦੇਖੋ, ਇਹ ਅੱਜ ਜਿਹੜਾ ਚੈਂਬਰ ਦਾ ਇਹ ਸੀਗੀ ਮੀਟਿੰਗ ਚੈਂਬਰ ਦੇ ਨਾਲ, ਇੰਡਸਟਰੀਅਲਿਸਟ ਦੇ ਨਾਲ, ਇਹ ਕਾਫੀ ਸਮੇਂ ਤੋਂ ਡਿਲੇ ਹੋ ਰਹੀ ਸੀ ਕੋਵਿਡ ਕਰਕੇ। ਇਹ ਮਾਰਚ ਅਪ੍ਰੈਲ ਦੇ ਵਿੱਚ ਸੀਗੀ ਮੀਟਿੰਗ, ਜੋ ਡਿਲੇ ਹੋ ਗਈ। ਸੋ ਅੱਜ ਮੰਤਰੀ ਸਾਹਿਬ ਆਏ ਆ ਸਾਡੇ ਇੰਡਸਟਰੀ ਮਿਨਿਸਟਰ, ਉਹਨਾਂ ਦੇ ਨਾਲ ਮੈਂਬਰ ਆਫ ਪਾਰਲੀਮੈਂਟ ਆਏ ਆ ਡਾਕਟਰ ਅਮਰ ਸਿੰਘ। ਉਹਨਾਂ ਨੇ ਸਾਰੀਆਂ ਜਿਹੜੀਆਂ ਡਿਮਾਂਡਸ ਚੈਂਬਰ ਨੇ, ਇੰਡਸਟਰੀਅਲਿਸਟ ਨੇ ਰੱਖੀਆਂ, ਇਹ ਸਾਰੀਆਂ ਬੜੀਆਂ ਵਾਜਬ ਵੀ ਹੈ ਔਰ ਉਹ ਕਾਫੀ ਲੰਬੇ ਸਮੇਂ ਤੋਂ ਇਹ ਪੈਂਡਿੰਗ ਹੈ। ਇਹ ਹੋਣੇ ਚਾਹੀਦੇ ਮਸਲੇ ਹੱਲ। ਸੋ ਮੈਂ ਵੀ ਆਪਣੇ ਵੱਲੋਂ ਮੰਤਰੀ ਸਾਹਿਬ ਨੂੰ ਕਿਹਾ ਵੀ ਇਹ ਮਸਲੇ, ਸੋ ਉਹਨਾਂ ਨੇ ਵੀ ਯਕੀਨ ਦਿਵਾਇਆ ਵੀ ਜਿਹੜੇ ਮਸਲੇ ਹੈ ਉਹਨਾਂ ਦੇ ਲੈਵਲ ਦੇ
ਉਹ ਹੱਲ ਕਰਨਗੇ। ਜਿਹੜੇ ਮਸਲੇ ਕੈਬਨਿਟ ਦੇ ਵਿੱਚ ਲਿਆ ਕੇ ਮੁੱਖ ਮੰਤਰੀ ਤੋਂ ਹੱਲ ਕਰਾਉਣੇ ਆ ਉਹ ਵੀ ਅੱਜ ਉਹ ਇੱਥੇ आश्वासन दे के गए। कैमरामैन विकास के साथ राकेश की रिपोर्ट। लुधियाना में नॉर्दर्न रेलवे यूनियन की ओर से डीआरएम के खिलाफ रोष जताया गया। यूनियन के पदाधिकारियों ने आरोप लगाया कि डीआरएम रेलवे स्टाफ पर डिक्टेटरशिप चलाना चाहते हैं। स्टैंडिंग कमेटी में डिवीज़न के कुछ ड्राइवरों के बड़गांव ट्रांसफ़र करने के मुद्दे पर जूनियर समर्थकों ने कहा कि जब तक तबादलों का आदेश वापस नहीं लेते तब तक संघर्ष जारी रहेगा। गौर हो कि 23 नवंबर से डीआरएम फिरोजपुर के विरोध में प्रदर्शन की मुहिम शुरू की गई थी। उसे जारी रखते हुए पूरे फिरोजपुर डिवीज़न का समस्त लॉबियों पर विरोध प्रदर्शन किया गया। इस मुद्दे का हल न होने तक निरंतर डीआरएम मुर्दाबाद का संघर्ष जारी रहेगा। आज जो हमारी डिविजनल सेक्रेटरी कॉमरेड शिवदत्त शर्मा जी के आह्वान पर हमारी स्टैंडिंग कमेटी में जो फैसला लिया गया उसी के दौरान आज लगातार तीसरे दिन डीआरएम फिरोजपुर का मुर्दाबाद रोष प्रदर्शन किया जा रहा है, क्योंकि डीआरएम फिरोजपुर ने धक्केशाही करते हुए एक काला कानून पारित किया जिसके अंतर्गत लोको पायलट पैसेंजर्स को बड़गांव वैली में परमानेंट पोस्टिंग उनकी की जा रही है, जो अभी तक एनआरएमयू द्वारा ही हेडक्वार्टर लेवल पर समझौता करवाया गया था कि रोटेशन पॉलिसी में एक माह के लिए लोको पायलट वहाँ पर जाएंगे और गाड़ियों का संचालन करेंगे। तो ये डीआरएम द्वारा जो भी ये फरमान निकाला गया इसका एनआरएमयू पुरजोर विरोध करती है और हमारे हरमन प्यारे नेता कॉमरेड एसजी मिश्रा जी भी सेंट्रल लेवल पर इस मुद्दे पर पूरी नज़र जमाए हुए हैं। उनकी कल हुई जीएम से वार्तालाप के पश्चात हमें आंशिक रूप से एक जीत ज़रूर मिली है कि इस जो रोष प्रदर्शन हम कर रहे हैं, आज सुबह ही हमारे सीनियर लीडरशिप ने यह एक बात से हमें अवगत कराया कि जीएम द्वारा डीआरएम को यह संज्ञान में लिया गया है और जीएम द्वारा डीआरएम को आदेश दिए गए हैं कि जिन भी साथियों को स्पेयर किया गया था यहाँ से बड़गांव के लिए उनको तत्काल प्रभाव से ड्यूटी पर लिया जाए। आज शाम तक का समय दिया है जीएम ने डीआरएम को और उसके पश्चात हमारे संगठन नॉर्दर्न रेलवे मेंस यूनियन की डिवीज़न बॉडी के साथ बैठकर जो भी समझौता पुराना हो चुका है उसी के तहत उस पर बात करते हुए यूनियन क्या चाहती है, क्या मांग करती है, उसके हिसाब से आगे की रणनीति, आगे की कार्यप्रणाली को तैयार किया जाएगा। लुधियाना से जसविंदर के साथ मोहनलाल की रिपोर्ट। जिला पठानकोट के डीसी दफ्तर के बाहर इंडियन फेडरेशन ऑफ ट्रेड यूनियन की ओर से रोष प्रदर्शन किया गया। यह रोष प्रदर्शन केंद्र की मोदी सरकार के खिलाफ दिया गया था। इस यूनियन के साथ अन्य कई यूनियन ने भी समर्थन किया, जिसमें आशा वर्कर यूनियन और कई यूनियन शामिल रहीं। गौर हो कि रोष पठानकोट से हक में दिया गया था। ਦੀ ਪ੍ਰਧਾਨ ਰਜਨੀ ਗਰੋਟਾ ਬਲਾਕ ਤੇ ਅੱਜ ਜੋ ਸਾਡੀ ਰੈਲੀ ਹੈ ਇਹਦੇ ਵਿੱਚ ਅਸੀਂ ਮੋਦੀ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਸ਼ਾ ਵਰਕਰ ਇੰਨਾ ਕੰਮ ਕਰਦੀ ਹੈ, ਦਿਨ ਰਾਤ ਇੰਨੀ ਮਿਹਨਤ ਕਰਦੀ ਹੈ, ਸਾਡੀ ਕੋਈ ਤਨਖਾਹ ਨਹੀਂ ਹੈ, ਕੋਈ ਪੱਕੀ ਸਾਡੀ ਸੈਲਰੀ ਨਹੀਂ ਹੈਗੀ। ਅਸੀਂ ਮੋਦੀ ਸਰਕਾਰ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਘੱਟੋ ਘੱਟ ਉਜਰਤਾ ਕਾਨੂੰਨ ਲਾਗੂ ਤੇ ਹੋਣਾ ਚਾਹੀਦਾ, ਸਾਡੀ ਤਨਖਾਹ ਤੇ ਹੋਣੀ ਚਾਹੀਦੀ ਹੈ। ਸਾਡੀਆਂ ਕੁੜੀਆਂ ਦਿਨ ਰਾਤ ਬਹੁਤ ਜ਼ਿਆਦਾ ਮਿਹਨਤ ਕਰਦੀਆਂ ਪਈਆਂ, ਇਸ ਕਰਕੇ ਆਪਾਂ ਦਿਨ ਰਾਤ ਇੰਨੀ ਮਿਹਨਤ ਕਰਦੀਆਂ ਆ, ਸਾਡੀ ਕੋਈ ਪੱਕੀ ਸੈਲਰੀ ਨਹੀਂ ਹੈ, ਕੋਈ ਤਨਖਾਹ ਨਹੀਂ ਹੈ ਸਾਡੀ। ਅਸੀਂ ਸਰਕਾਰ ਨੂੰ ਇਹੀ ਕੈਪਟਨ ਸਰਕਾਰ ਨੂੰ ਵੀ ਇਹੀ ਦਿਲਾਉਣਾ ਚਾਹੁੰਦੇ ਹਾਂ ਕਿ ਸਾਡੀ ਘੱਟੋ ਘੱਟ ਉਜਰਤਾ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਅੱਜ ਦਾ ਸਾਡਾ ਧਰਨਾ ਇਹ ਹੈ ਕਿ ਸਾਡੀ ਸੈਲਰੀ ਜਿਹੜੀ ਹੈ ਘੱਟੋ ਘੱਟ ਲੱਗਣੀ ਚਾਹੀਦੀ, ਉਜਰਤਾ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਮੋਦੀ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ, ਅਗਰ ਜੇ ਨਹੀਂ ਹੈ ਸਾਡੀਆਂ ਮੰਗਾਂ ਪੂਰੀਆਂ ਕਰਦੇ ਤੇ ਅਸੀਂ ਸੜਕਾਂ 'ਤੇ ਉਤਰਾਂਗੇ। ਅੱਜ ਦੇਸ਼ ਵਿਆਪੀ ਜਿਹੜੀ ਮਜ਼ਦੂਰਾਂ ਦੀ ਹੜਤਾਲ ਹੈਗੀ ਹੈ, ਜਿਹੜੀ ਕਿ ਅੱਜ ਇੱਥੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਡਿਪਟੀ ਕਮਿਸ਼ਨਰ ਇੱਕ ਮੰਗ ਪੱਤਰ ਭੇਜਣਾ, ਉਹਦੇ ਵਿੱਚ ਹਮਾਇਤ ਲਈ ਇੱਥੇ ਆਏ ਹਾਂ ਤਾਂ ਕਿ ਜਿਹੜਾ ਮਜ਼ਦੂਰਾਂ ਦੀ ਤਸ਼ੱਦਦ ਕੀਤੀ ਜਾ ਰਹੀ ਹੈ ਜਾਂ ਕਿਸਾਨਾਂ ਦੇ ਨਾਲ ਤਸ਼ੱਦਦ ਕੀਤੀ ਜਾ ਰਹੀ ਹੈ, ਉਹ ਤਸ਼ੱਦਦ ਜਿਹੜੀ ਹੈਗੀ ਹੈ ਉਹਦੀ ਅਸੀਂ ਨਿੰਦਾ ਕਰਦੇ ਹਾਂ। ਇਸੇ ਸੰਬੰਧ ਵਿੱਚ ਕੰਢੀ ਵਿਕਾਸ ਮੋਰਚੇ ਵੱਲੋਂ ਅੱਜ ਇੱਥੇ ਹਮਾਇਤ ਕਰਨ ਆਏ ਹਾਂ, ਜਿਹਦਾ ਕਿ ਮੰਗ ਪੱਤਰ ਅਸੀਂ ਪੰਜਾਬ ਸਰਕਾਰ ਨੂੰ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਧਰਨਾ ਦਿੱਤਾ ਜਾ ਰਿਹਾ। ਇੱਥੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਹੈਗੀਆਂ, ਕਿਸਾਨਾਂ ਵੱਲੋਂ ਵੀ ਹੈਗਾ, ਬਹੁਤ ਸਾਰੇ ਟ੍ਰੇਡ ਯੂਨੀਅਨ ਜਿਹੜੇ ਵਿੱਚ ਜਿਹੜਾ ਆਉਂਦੀ ਹੈਗੀ ਹੈ, ਉਹ ਸਾਰੀ ਜਥੇਬੰਦੀਆਂ ਜਿਹੜੀਆਂ ਇੱਥੇ ਆਈ ਹੈਗੀ, ਆਸ਼ਾ वर्कर वगैरह सारे इतने मौजूद हैं। ये थे आज के धार्मिक और सामाजिक समाचार। कल फिर हाजिर होंगे। अब राजेश मेहरा को तो इजाज़त। धन्यवाद। जय जिनेंद्र।